ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਤਾ ਸਿੰਘ ਜੀ ਦੀ ਕਥਾ ਸਰਵਣ ਕਰਨ ਦੇ ਲਈ ਆਪ ਜੀ ਸਾਡੇ ਚੈਨਲ ਸਿੱਖਲੋਜੀ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫੁਰਮਾਨ ਹੈ, ਗੁਰ ਕੀ ਮਹਿਮਾ ਕਿਆ ਕਹਾ। ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ, ਜੁਗ ਹੈ ਜੁਗ ਪੂਰਾ ਪਰਮੇਸ਼ਰ। ਕੋਈ ਐਸਾ ਗਲੂਆ ਨਹੀਂ ਹੈ ਜਿਹੜਾ ਗੁਰੂ ਦੀ ਵਡਿਆਈ ਦਾ ਅੰਤ ਪਾ ਸਕੇ। ਗੁਰੂ ਗਿਆਨ ਦਾ ਸਾਗਰ ਹੈ ਔਰ ਇੱਥੇ ਲੱਖਾਂ ਕਥਾਕਾਰ ਰਾਗੀ ਢਾਡੀ ਇਕੱਠੇ ਕਰ ਲਵੋ, ਉਸ ਸਮੁੰਦਰ ਚੋਂ ਕੇਵਲ ਇੱਕ ਬੁਲਬੁਲਾ ਬਿਆਨ ਅਸੀਂ ਕਰ ਸਕਦੇ ਹਾਂ। ਇਹਦੇ ਨਾਲੋਂ ਵੱਧ ਕੇ ਕੁਝ ਨਹੀਂ। ਉਹਦੀ ਬੁਲੰਦ ਹਸਤੀ ਐਸੀ ਹੈ। ਅੱਲਾ ਯਾਰ ਖਾਨ ਇੱਕ ਗੈਰ ਸਿੱਖ ਹੈ, 5 ਵਕਤ ਦਾ ਨਮਾਜ਼ੀ ਹੈ ਔਰ ਆਪਣੀ ਕਲਮ ਨੂੰ ਪੁਰਜ਼ੋਰ ਮੰਨਦਾ ਹੈ। ਕਹਿੰਦਾ ਮੇਰੇ ਵਰਗੀ ਕਲਮ ਨਹੀਂ ਕੋਈ ਚਲਾ ਸਕਦਾ। ਤੇ ਜਦੋਂ ਕਿਸੇ ਜਗਿਆਸੂ ਨੇ ਆਖਿਆ ਫਿਰ ਆਪਣੀ ਪੁਰਜ਼ੋਰ ਕਲਮ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਬਿਆਨ ਕਰ, ਉਹਦੇ ਅਲਫਾਜ਼ ਸਨ। ਉਹ ਆਖਣ ਲੱਗਾ, करतार की सौगंध है, नानक की कसम है, जितनी भी हो तारीफ वो गोविंद की कम है। हर चंद मेरे हाथ में पुरजोर कलम है, सतगुरु के लिखूं वस्फ कहाँ ताबे रकम है। एक आँख से क्या बुलबुला कुल बहर को देखे, साहिल को मझधार को ਜਾਂ ਲਹਿਰ को देखे। ਕਹਿੰਦਾ ਕਲਮ ਬੜੀ ਪੁਰਜ਼ੋਰ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਸਤੀ ਇਤਨੀ ਕੁ ਬੁਲੰਦ ਹੈ। ਮੇਰੀ ਪੁਰਜ਼ੋਰ ਕਲਮ ਦੀ ਔਕਾਤ ਉਹਦੇ ਅੱਗੇ ਇੱਕ ਬੁਲਬੁਲੇ ਵਾਲੀ ਹੈ ਤੇ ਗੁਰੂ ਗੋਬਿੰਦ ਸਿੰਘ ਸਮੁੰਦਰ ਹੈ ਤੇ ਸਮੁੰਦਰ ਨੂੰ ਕਦੇ ਬੁਲਬੁਲੇ ਬਿਆਨ ਨਹੀਂ ਕਰ ਸਕਦੇ। ਐਸੀ ਮਹਾਨ ਹਸਤੀ ਹੈ। ਠੀਕ ਹੈ, ਕੋਈ ਸਿੱਖ ਸਲੌਤਾ ਕਰੇ, ਆਪਾਂ ਕਹਿਣਾ ਆਪਣੇ ਭਾਂਡੇ ਨੂੰ ਤੇ ਸਾਰੇ ਹੀ ਸਲਾਉਂਦੇ ਨੇ, ਪਰ ਇੱਥੇ ਗੈਰ ਸਿੱਖ ਵਡਿਆਈ ਕਰਦਾ ਹੈ। ਇੱਥੇ ਲਾਲਾ ਦੌਲਤ ਰਾਏ ਵਰਗੇ ਸਨਾਤਨਮਤੀਏ ਹਿੰਦੂ ਵਿਦਵਾਨ ਪੁਰਸ਼ ਸਲੌਤਾ ਕਰਦੇ ਨੇ। ਅੱਲਾ ਯਾਰ ਖਾਂ ਵਰਗੇ 5 ਵਕਤ ਦੇ ਨਮਾਜ਼ੀ ਸਲੌਤਾ ਕਰਦੇ ਨੇ। ਐਸੇ ਗੁਰੂ ਪਾਤਸ਼ਾਹ ਨੇ ਮੁੱਕਦੀ ਗੱਲ ਹੈ, ਕਹਿੰਦੇ ਉਹ ਗਿਆਨ ਦਾ ਸਮੁੰਦਰ ਹੈ। ਗੁਰ ਕੀ ਮਹਿਮਾ ਕਿਆ ਕਹਾ। ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ, ਜੁਗ ਹੈ ਜੁਗ ਪੂਰਾ ਪਰਮੇਸ਼ਰ। ਠੀਕ ਹੈ ਵੀ 1723 ਬਿਕਰਮੀ ਸੰਮਤ ਦੇ ਅੰਦਰ ਉਸ ਦੀ 7ਵੀਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਆਗਾਜ਼ ਪਟਨੇ ਦੀ ਪਾਕ ਰੂਹੇ ਜ਼ਮੀਨ ਤੇ ਹੁੰਦਾ ਹੈ। ਪਰ ਇੱਥੇ ਲਫ਼ਜ਼ ਹੈ ਉਹ ਆਦ ਜੁਗਾਦੀ, ਜੁਗ ਹੈ ਜੁਗ ਪੂਰਾ ਪਰਮੇਸ਼ਰ। ਇਹ ਤੇ ਹੁਣ ਦੀ ਬਾਤ ਹੈ, ਕੋਈ ਬਹੁਤੀ ਪੁਰਾਣੀ ਨਹੀਂ। 353 ਵਰ੍ਹੇ ਹੋਏ ਸਿੰਘ ਸਾਹਿਬ ਹੁਣਾ ਤੁਹਾਨੂੰ ਦੱਸਿਆ ਹੈ। ਹਾਂ, ਉਸ ਤੋਂ ਪਹਿਲਾਂ ਵੀ ਨਿਰਗੁਣ ਸਰੂਪ ਦੇ ਤੌਰ ਤੇ ਉਹ ਆਦ ਜੁਗਾਦੀ, ਜੁਗ ਹੈ ਜੁਗ ਪੂਰਾ ਪਰਮੇਸ਼ਰ। ਨਿਰਗੁਣ ਸਰੂਪ ਦੇ ਤੌਰ ਤੇ ਸਮੁੱਚੀ ਕਾਇਨਾਤ ਦੇ ਅੰਦਰ ਮੌਜੂਦ ਜਿਹੜਾ ਖੁਦਾਇਆ ਹੈ, ਉਹੀ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਹੈ। ਐਸੇ ਗੁਰੂ ਪਾਤਸ਼ਾਹ, ਹੀ ਇਜ਼ ਦਾ ਪਰਫੈਕਟ ਟ੍ਰਾਂਸੈਂਡੈਂਟ ਲਾਰਡ। ਅਗਰ ਕੋਈ ਖੁਦਾ ਹੈ ਤੇ ਉਹ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਨੇ। ਐਸੇ ਮਹਾਬਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੇ ਆਗਾਜ਼ ਬਾਬਤ ਭਾਈ ਨੰਦ ਲਾਲ ਜੀ ਦਾ ਇੱਕ ਸ਼ੇਰ ਹੈ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਾਜ਼ ਬਾਬਤ, ਪ੍ਰਕਾਸ਼ ਬਾਬਤ ਇਹ ਬਚਨ ਕਰਦੇ ਨੇ ਵੀ ਗੁਰੂ ਗੋਬਿੰਦ ਸਿੰਘ ਕੌਣ ਹੈ। ਮੁਰਸ਼ਦੇ ਪਾ ਕੇ ਨੂਰੇ ਹਕ ਆਮਦ, ਮੁਰਸ਼ਦੇ ਪਾ ਕੇ ਨੂਰੇ ਹਕ ਆਮਦ, ਜਾਂ ਸਬਬ ਦਰਦ ਇਲਮ ਸਬਬ ਆਮਦ। ਉਹ ਮਹਾਪੁਰਸ਼ ਕਹਿੰਦੇ ਨੇ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮੁਰਸ਼ਦੇ ਦਾ ਭਾਵ ਹੈ ਪੀਰ, ਰਹਿਬਰ, ਗੁਰੂ। ਪਾਕ ਦਾ ਮਤਲਬ ਪਵਿੱਤਰ ਹੈ। ਨੂਰ ਦਾ ਮਤਲਬ ਰੌਸ਼ਨੀ ਹੈ। ਹੱਕ ਦਾ ਮਤਲਬ ਸੱਚਾ। ਸੱਚਾ ਕੌਣ ਹੈ? ਰੱਬ ਹੈ। ਆਮਦ ਆਉਣਾ, ਆਗਾਜ਼ ਹੋਣਾ। ਕਹਿੰਦੇ ਗੁਰੂ ਗੋਬਿੰਦ ਸਿੰਘ ਕੋਈ ਮਾਮੂਲੀ ਇਨਸਾਨ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ
ਸੰਸਾਰ ਨੂੰ ਰੌਸ਼ਨ ਕਰਨ ਸੱਚ ਦੀ ਰੌਸ਼ਨੀ ਹੋ ਕੇ ਆਏ ਨੇ। ਇਹ ਉਹ ਰੌਸ਼ਨੀ ਹੈ ਜਿਹੜੀ ਖੁਦ ਖੁਦਾ ਤੋਂ ਪ੍ਰਗਟ ਹੋਈ ਹੈ। ਜਿਵੇਂ ਸੂਰਜ ਅਤੇ ਉਹਦੀਆਂ ਕਿਰਨਾਂ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ, ਇੱਦਾਂ ਗੁਰੂ ਗੋਬਿੰਦ ਸਿੰਘ ਤੇ ਖੁਦਾਇਆ ਵਿੱਚ ਕੋਈ ਫਰਕ ਨਹੀਂ ਹੈ। ਇਹਨੂੰ ਬਾਣੀ ਨੇ ਕਿਹਾ ਨਿਰਗੁਣ ਆਪ ਸਰਗੁਣ ਭੀ ਉਹੀ ਨਿਰਗੁਣ ਸਰੂਪ ਹੈ। ਹੀ ਹਿਮਸੈਲਫ ਇਜ਼ ਐਬਸੋਲਿਊਟ, ਹੀ ਹਿਮਸੈਲਫ ਇਜ਼ ਅਨਰਿਲੇਟਿਡ। ਕਿਤੇ ਉਹ ਜੋਤ ਸਰੂਪ ਹੈ, ਕਿਤੇ ਸਰੀਰ ਬਣ ਕੇ ਦੁਨੀਆ ਤੇ ਉਸ ਦਾ ਆਗਾਜ਼ ਹੋ ਜਾਂਦਾ ਹੈ। ਔਰ ਦੂਸਰਾ ਅਕਾਲ ਪੁਰਖ ਤੋਂ ਪ੍ਰਗਟ ਹੋਈ ਜੋ ਰੌਸ਼ਨੀ ਹੈ ਗੁਰੂ ਨਾਨਕ ਸਾਹਿਬ ਉਹਦੇ 10ਵੇਂ ਜਾਮੇ ਨੇ। ਨਾਲੇ ਬਾਣੀ ਦਾ ਵੀ ਫਰਮਾਨ ਹੈ ਰੱਬ ਦੀ ਜੋਤ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਦਾ ਇੰਬੋਡੀਮੈਂਟ ਆਫ ਲਾਈਟ। ਜਿਹੜਾ ਹਰ ਸਰੀਰ ਵਿੱਚ ਜੋਤ ਬਣ ਕੇ ਸਮਾਇਆ ਉਹੀ ਗੁਰੂ ਨਾਨਕ ਕਹਾਇਆ। ਉਸਨੇ 10ਵਾਂ ਜਾਮਾ ਪਹਿਨਿਆ, ਗੁਰੂ ਗੋਬਿੰਦ ਸਿੰਘ ਬਣ ਗਏ। ਤੁਸੀਂ ਜਦੋਂ ਬਾਣੀ ਪੜ੍ਹਦੇ ਹੋ ਕਿਤੇ ਭੇਦ ਨਾ ਰਵੇ, ਕਿਤੇ ਜ਼ਿਹਨ ਵਿੱਚ ਇਹ ਖਿਆਲ ਨਾ ਰਹਿ ਜਾਵੇ ਆਪਣੇ ਵੀ ਇਹਨਾਂ 10 ਵਿੱਚ ਕੋਈ ਫਰਕ ਹੋਵੇਗਾ। ਕਹਿੰਦੇ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸੋ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ। ਜੋਤ ਉਹੀ ਰਹੀ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਜੋਤ ਉਹੀ ਹੈ, ਕੇਵਲ ਜਾਮਾ ਬਦਲਿਆ, ਚੋਲਾ ਬਦਲਿਆ। ਜਿਵੇਂ ਕੋਈ ਰਾਜਾ ਹੈ, ਰਾਜ ਦਰਬਾਰ ਵਿੱਚ ਉਹਦਾ ਲਿਬਾਸ ਹੋਰ ਹੋਵੇਗਾ, ਮਹਿਲਾਂ ਵਿੱਚ ਜਦੋਂ ਆਰਾਮ ਕਰੇਗਾ ਲਿਬਾਸ ਹੋਰ ਹੋਵੇਗਾ। ਰਾਜਾ ਨਹੀਂ ਬਦਲਿਆ, ਲਿਬਾਸ ਬਦਲਿਆ ਹੈ। 10 ਜਾਮੇ ਅਕਾਲ ਪੁਰਖ ਦੀ ਜੋਤ ਨੇ ਬਦਲੇ ਨੇ। ਅੱਛਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਅਗਾਂਹ ਵੀ ਕਿਹਾ ਆਪਣੀ 10ਵੀਂ ਬਾਣੀ ਅੰਦਰ, ਸ਼੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ। ਕਹਿੰਦੇ ਜੋਤ ਹੋਈ ਸੀ, ਜਾਮੇ ਬਦਲਦੇ ਗਏ। ਜਦੋਂ ਜਾਮੇ ਬਦਲਦੇ ਗਏ ਪਾਤਸ਼ਾਹ ਕਹਿੰਦੇ ਕਈਆਂ ਨੇ ਤੇ ਇਹ ਮੰਨ ਲਿਆ ਵੀ ਜਾਮੇ ਹੀ ਬਦਲੇ ਨੇ, ਤੇ ਕਈ ਤਰਕ ਕਰ ਦਿੰਦੇ ਨੇ ਇਹ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ। ਕਿਉਂਕਿ ਦੁਨੀਆ ਦੇ ਵਿੱਚ ਕੋਈ ਐਸਾ ਹਕੀਮ, ਕੋਈ ਡਾਕਟਰ ਨਹੀਂ ਜਿਹੜਾ ਇੱਕ ਸਰੀਰ ਚੋਂ ਜੋਤ ਕੱਢ ਕੇ ਦੂਜੇ 'ਚ ਟਿਕਾ ਦੇਵੇ। ਠੀਕ ਹੈ, ਅੰਗ ਬਦਲੇ ਜਾ ਸਕਦੇ ਨੇ, ਪਰ ਜੋਤ ਨੂੰ ਇੱਕ ਸਰੀਰ ਤੋਂ, ਇੱਕ ਮੁਜੱਸਮੇ ਚੋਂ ਦੂਜੇ 'ਚ ਟਿਕਾ ਦੇਣਾ ਇਹ ਨਹੀਂ ਕਰ ਪਾਇਆ ਕੋਈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਐਸਾ ਹਕੀਮ ਹੋਇਆ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਜਿਸ ਨੇ ਜੋਤ ਦੂਸਰੇ ਜਾਮੇ 'ਚ ਦੂਜੀ ਕਾਇਆ 'ਚ ਟਿਕਾ ਦਿੱਤੀ, ਗੁਰੂ ਅੰਗਦ ਸਾਹਿਬ ਵਿੱਚ ਟਿਕਾ ਦਿੱਤੀ। ਆਇਆ ਕੌਣ ਸੀ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 5 ਭੂਤਕ ਸਰੀਰ ਤੱਤਾਂ 'ਚ ਮਿਲਾ ਕੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਟਿਕਾ ਦਿੱਤੀ। ਮਹਾਰਾਜ ਕਹਿੰਦੇ ਨੇ ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਇਹ ਠੀਕ ਹੈ, ਮੂਰਖ ਇਸ ਦੀ ਪਹਿਚਾਣ ਨਹੀਂ ਕਰ ਸਕਦਾ। ਉਹ ਆਖੇਗਾ ਨਹੀਂ ਜੀ ਜੋਤ ਉਹ ਥੋੜ੍ਹੀ ਹੈ। ਕਈ ਮੂਰਖ ਨੇ ਕਹਿ ਦਿੰਦੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਨਹੀਂ। ਇਹ ਮੂਰਖ ਹੀ ਹੁੰਦੇ ਨੇ ਜਿਹੜੇ 10 ਪਾਤਸ਼ਾਹੀਆਂ ਦੇ ਵਿੱਚ ਕੰਪੈਰੀਜ਼ਨ ਕਰਦੇ, ਇਉਂ ਕਹਿਣ ਲੱਗ ਪੈਂਦੇ ਵੀ ਨਹੀਂ ਜੀ ਪਹਿਲੇ ਦਾ ਤੇ 10ਵੇਂ ਦਾ ਫਰਕ ਹੈ। ਕਲਗੀਧਰ ਨੇ ਮੂਰਖ ਕਿਹਾ ਇਹਨਾਂ ਨੂੰ। ਆਖਣ ਲੱਗੇ ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ। ਮਹਾਰਾਜ ਕਹਿੰਦੇ ਵਿਰਲੇ ਨੂੰ ਸਮਝ ਹੈ। ਜਿਸ ਨੇ ਇਹ ਜਾਣ ਲਿਆ ਵੀ 10 ਹੀ ਇੱਕ ਨੇ, ਉਹਨਾਂ ਸਿੱਧ ਪਾਈ ਤੋਂ ਭਾਵ ਹੈ ਦੇ ਵਿਲ ਬੀ ਐਮੈਂਸੀਪੇਟਡ। ਉਹ ਦੁੱਖਾਂ ਤੋਂ ਮੁਕਤ, ਉਹ ਤਕਲੀਫਾਂ ਤੋਂ ਮੁਕਤ, ਉਹ 84 ਦੇ ਗੇੜ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ ਨੂੰ ਸਿੱਧੀ ਹਾਸਲ ਹੋ ਗਈ, ਅਜ਼ਮਤਾਂ ਮਿਲ ਗਈਆਂ। ਇਉਂ ਇਹ ਸਮਝਣ ਵਾਲੀ ਗੱਲ ਹੈ। ਪਾਤਸ਼ਾਹ ਕਹਿੰਦੇ 10 ਜਾਮਿਆਂ ਵਿੱਚ ਸਾਡੇ ਇੱਕ ਹੀ ਜੋਤ ਵਰਤੀ ਹੈ।
ਅੱਛਾ ਤੁਸੀਂ ਕੰਪੈਰੀਜ਼ਨ ਕਰੋ ਨਾ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਕਾਲ ਵਿਚਲੇ ਕੌਤਕਾਂ ਦਾ, ਤੇ ਸਭ ਰਲਦੇ ਤੁਹਾਨੂੰ ਮਿਲਣਗੇ। ਅਗਿਆਨ ਦਾ ਹਨੇਰਾ ਸੀ, ਗੁਰੂ ਨਾਨਕ ਨੇ ਗਿਆਨ ਦੀ ਖੜਗ ਨਾਲ ਕੱਟਿਆ। ਰਾਜਸੀ ਹਨੇਰਾ ਛਾ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪ੍ਰਤੱਖ ਲੋਹੇ ਦੀ ਤਲਵਾਰ ਨਾਲ ਕੱਟਿਆ। ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਦੇ ਵਿੱਚ ਇਹ ਬਚਨ ਕਹਿ ਦਿੱਤਾ। ਕਿਹੜਾ ਬਚਨ ਸੀ ਉਹ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲੇ ਜਾਮੇ 'ਚ ਬਚਨ ਕਰ ਦਿੱਤਾ, ਜੇ ਪ੍ਰੇਮ ਹੈ ਮੇਰੇ ਨਾਲ ਤੇ ਸਿਰ ਤਲੀ ਤੇ ਟਿਕਾਉਣਾ ਪੈ ਸਕਦਾ ਹੈ, ਤੇ ਜਿਹੜਾ ਸਿਰ ਤਲੀ ਤੇ ਟਿਕਾ ਕੇ ਆਪਾ ਵਾਰ ਦਵੇਗਾ ਉਹ ਮੇਰੀ ਗਲੀ ਵਿੱਚ ਆ ਸਕਦਾ ਹੈ। ਭਾਵ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ, ਉਹ ਸਭਨਾ ਕੀ ਰੇਣਕਾ, ਤੋ ਆਓ ਹਮਾਰਾ ਪਾਸ। ਅੱਛਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੁਸੀਂ ਵੇਖੋ, ਜਦੋਂ 10ਵੇਂ ਜਾਮੇ 'ਚ ਗੁਰੂ ਨਾਨਕ ਆਏ, ਉਹਨਾਂ ਕਹਿ ਦਿੱਤਾ ਹੈ, ਦੀਨ ਦੁਨੀਆ ਦੇ ਮਾਲਕ ਕਹਿੰਦੇ, ਧਨ ਜੀਓ ਤਿਹ ਕੋ ਜਗ ਮੈਂ, ਮੁਖਤੇ ਹਰ ਚਿਤ ਮੈਂ ਯੁੱਧ ਵਿਚਾਰੈ। ਇਹਦੇ ਹੁਣ ਅਰਥ ਵੇਖੋ, ਜੋ ਤੋਂ ਪ੍ਰੇਮ ਖੇਲਣ ਕਾ ਚਾਓ ਦੇ ਅਰਥ ਵੇਖੋ, ਦੋਨਾਂ ਦੇ ਮਿਲਦੇ ਨੇ। ਧਨ ਹੈ ਉਹ ਜਿਹੜਾ ਦੀਨ ਦੀ ਖਾਤਰ ਆਪਾਂ ਵਾਰਨ ਲਈ ਤਿਆਰ ਹੈ। ਇੱਥੇ ਹੀ ਬਸ ਨਹੀਂ, ਏਮਨਾਬਾਦ ਨੂੰ ਜਿੱਤਣ ਵਾਲਾ ਮੁਗਲੀਆ ਸਲਤਨਤ ਦਾ ਬਾਦਸ਼ਾਹ ਬਾਬਰ ਜ਼ੁਲਮ ਕਰਦਾ ਹੈ, ਤੇ ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦੇ ਤੂੰ ਜਾਬਰ ਹੈ। ਇਹ ਗੁਰੂ ਨਾਨਕ ਹੀ ਕਹਿ ਸਕਦਾ ਦੇਸ਼ ਦੇ ਮਾਲਕ ਨੂੰ। ਆਪਾਂ ਦੇ ਹੱਥ ਜੋੜ ਕੇ ਖਲੋ ਜਾਂਦੇ, ਕੋਈ ਲੀਡਰ ਆਇਆ ਹੋਵੇ ਤੇ ਇਹ ਗੁਰੂ ਨਾਨਕ ਹੀ ਕਹਿ ਸਕਦੇ ਨੇ। ਅੱਗੇ ਆਓ ਥੋੜਾ, ਜਾਮਾ ਗਿਆ ਬਦਲ। ਗੁਰੂ ਨਾਨਕ ਸਾਹਿਬ 10ਵੇਂ ਜਾਮੇ ਵਿੱਚ ਆ ਗਏ, ਤੇ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖ ਕੇ ਕਹਿੰਦੇ, ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀ, ਸ਼ਹਿਨਸ਼ਾਹੇ औरंगजेब आलमीन के दाराए दौरस्त दूरस्त दीन। ऐ शहनशाह औरंगजेब, तू बादशाह है, हाकम है, तू बड़ा तख्त है तेरा, और बादशाह होण दे नाल नाल तू धर्म दा पोशाका भी पाया है। कहंदा सी इस्लाम नू सारी दुनिया च मैं फैलावांगा, पर कहंदे मैं तैनू सच्ची गल दसां, तेरे कोल केवल लिबास है, तेरी कोई भी करनी धर्मियां वाली नहीं है। केदार आए दौरस्त दूरस्त दीन, तू कोहा दूर है, धर्म तो तू पखंडी है, केवल लिबास पाया है, तेरे अंदर रंचक मात्र भी कोई धर्म का चिन्ह नहीं है। औरंगजेब, ये गुरु गोबिंद सिंह ही कह सकता है, ये गुरु गोबिंद सिंह ही कह सकता है। जिहदे सामने भारत वर्ष की जमीन कंबदी होवे, उस औरंगजेब नूं इन्नी गल कह देनी। इत्थे ही बस नहीं, कहंदे तुरा मनना दानम, तुरा मनना दानम के यसदा शनाश, बारामद जे तू कारा, बारामद जे तू कहरा दिल खारास। आए औरंगजेब, मैं जानदा हाँ रब नूं पहचानण वाला बंदा नहीं है, तू केवल भेख पाया है। ते रही गल तेरी करतूत दी, तू इन्ने क दिल दुखाए ने लोकां दे, तैनू रब मिल ही नहीं सकता। क्योंकि बाणी ते कहिंदी है भी जे रब पाउण दी सिक है ना तेरे अंदर, ते लोकां दे दिल ना दुखा, हर दिल विच रब रहिंदा है, ते तू हर एक दा दिल दिखाउणा है। आया औरंगजेब, दीन तो दूर है तू, धर्म तो दूर है तू। अगे महाराज एक बचन कहंदे ने, नादानम के ई मर्द रो बाहा पेच, नादानम के ई मर्द रो बाहा पेच, वगर हरगिज़ी रह नयारद बहेज। कहंदे औरंगजेब देख, मैं चंगी तरह ये जानदा हाँ कि तू मर्द नहीं है, तू लूंबड़ है, लूंबड़। क्योंकि लूंबड़ दा काम है कपट करना, लूंबड़ दा काम है छलना। तू थोड़ा जिहा ख्याल कर औरंगजेब,
ਮੈਂ ਕਿਸੇ ਬਹਾਨੇ ਵੀ ਇਸ ਲੜਾਈ ਝਗੜੇ ਦੇ ਰਸਤੇ ਤੇ ਨਹੀਂ ਸੀ ਆਉਂਦਾ। ਤੂੰ ਲੂੰਬੜ ਹੈ, ਤੂੰ ਛਲ ਕਰਦਾ ਹੈ, ਤੂੰ ਕਪਟੀ ਹੈ, ਧੋਖੇਬਾਜ਼ ਹੈ, ਮੈਨੂੰ ਇਸ ਕਰਕੇ ਤਲਵਾਰ ਚੁੱਕਣੀ ਪਈ, ਤੇਰਾ ਮੂੰਹ ਮੋੜਨ ਦੇ ਲਈ, ਤੈਨੂੰ ਸਜ਼ਾ ਦੇਣ ਦੇ ਲਈ। ਇਹ ਭਾਰਤ ਵਰਸ਼ ਦੇ ਬਾਦਸ਼ਾਹ ਨੂੰ ਲੂੰਬੜ ਕਹਿਣਾ, ਠੱਗ ਕਹਿਣਾ, ਕਪਟੀ ਕਹਿਣਾ, ਇਹ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਕਲਮ ਕਹਿ ਸਕਦੀ ਹੈ। ਗੁਰੂ ਨਾਨਕ ਹੀ ਬਾਬਰ ਨੂੰ ਜਾਬਰ ਕਹਿ ਸਕਦਾ ਹੈ, ਆਮ ਬੰਦਾ ਨਹੀਂ ਕਹਿ ਸਕਦਾ ਮੂੰਹ ਤੇ। ਹਾਂ, ਪਿੱਠ ਪਿੱਛੇ ਦੇ ਆਪਾਂ ਬਥੇਰੇ ਨਾਰੇ ਲਾ ਲੈਂਦੇ ਹਾਂ, ਗੱਲ ਹੈ ਇੱਥੇ ਸਾਹਮਣੇ ਆਖਣ ਦੀ, ਨਹੀਂ ਆਖ ਸਕਦੇ। ਤੇ ਫਰਕ ਕੀ ਹੈ? ਕੇਵਲ ਜਾਮਾ ਬਦਲਿਆ ਹੈ, ਫਰਕ ਕੋਈ ਨਹੀਂ ਮਿਲੇਗਾ ਤੁਹਾਨੂੰ। ਇਹਨੂੰ ਕਹਿੰਦੇ ਨੇ ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ, ਕੇਵਲ ਕਾਇਆ ਬਦਲੀ ਗਈ ਹੈ।